कथा सुधारी। हे प्राणनाथ गोविंद कृपा निधान जगत गुरु। हे संसार ताप हरण करुणा में सब दुख हरो। हे शरण जोग दयालै दीनानाथ मया करो। शरीर स्वस्थ खीन समय सिमरंत नानक राम दमोदर माधव। सतनाम वाहिगुरु जी। देव गंधारी माई सुनत सोच भै डरत। मेर तेर चजो अवमाना शरण स्वामी की परत रहाओ। जो जो कह सोई भल मानो नाहिन का बोल करत। निमक न विसरो हिये मोरे ते बिसरत जाई हौ मरत। सुखदाई पूर्ण प्रभ करता मेरी बहुत आन बजरत। निर्गुण कुरूप कुलहीन नानक हों अनंद रूप स्वामी भरत। वाहिगुरु जी का खालसा वाहिगुरु जी की फतेह। परम सत्कारयोग गुरु रूप गुरु खालसा साध संगत जीओ। जुगो जुग अटल चवर छतर तख्त दे मालक। सहबे कमाल हाजरा जूर जारा जहूर सर्व कला भरपूर। शब्द गुरु धन धन श्री गुरु ग्रंथ साहिब जी महाराज मेहरां दे दाते। बख्शिश कीती है सत संगत दा अमोलक समा बख्शिश कीता है। सतगुरु जी की किरपा सदका इस पावन स्थान ते गुरबाणी की जो लड़ीवार कथा चल रही है ते तहत देव गंधारी दे विच गुरु अर्जन देव महाराज जी की पावन बाणी तिसदे तहत जो पावन शब्द अमृत वचन विचार अधीन 529 अंग ते गुरु अर्जन देव जी महाराज बख्शिश कर रहे हैं। इत्थे जिन्ने भी शब्द तकरीबन आउणगे वो सारे शब्दां दे विच गुरमुख दी अवस्था नूं गुरु पातशाह जी ने बयान कीता है। जदों कोई भी नाम अभ्यासी बाणी पढ़न वाला साधना करन वाला गुरसिख अपने जीवन दे विच उहनूं अंदरों सोझी हुंदी है तां ओहदा जी अंदर अत दी निमरता दे नाल भर जांदा है। ਉਹਦੇ ਵਿੱਚ ਨਿਮਰਤਾ ਆ ਜਾਂਦੀ ਹੈ, ਦੈਵੀ ਗੁਣ ਆ ਜਾਂਦੇ ਹਨ ਅਤੇ ਉਹ ਸੰਸਾਰ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਉਹ ਕਹਿੰਦਾ ਹੈ ਕਿ ਸਾਰਾ ਸੰਸਾਰ ਭਲਾ ਹੈ, ਮੇਰੇ ਵਿੱਚ ਹੀ ਔਗਣ ਹਨ। ਗੁਰਬਾਣੀ ਦੇ ਵੀ ਮਹਾਨ ਬੋਲ ਹਨ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇਹ ਇੱਕ ਗੁਰਮੁਖ ਦੀ ਅਵਸਥਾ ਹੈ। ਜਿਹੜਾ ਮਾਇਆ ਦੇ ਵਿੱਚ ਸੰਸਾਰ ਦੇ ਮੋਹ ਦੇ ਵਿੱਚ ਗਲਤਾਨ ਹੈ, ਉਹ ਮਨੁੱਖ ਕਦੇ ਨਹੀਂ ਕਹਿੰਦਾ ਮੇਰੇ ਵਿੱਚ ਔਗਣ ਹਨ। ਉਹ ਤਾਂ ਸਗੋਂ ਇਹ ਪ੍ਰਦਰਸ਼ਨੀ ਕਰਦਾ ਹੈ ਕਿ ਮੇਰੇ ਵਰਗਾ ਦੁਨੀਆ 'ਤੇ ਕੋਈ ਗੁਣਵਾਨ ਹੈ ਹੀ ਨਹੀਂ। ਪਰ ਗੁਰਮੁਖ ਉਹਦੇ ਅੰਦਰ ਹੁਣ ਔਗਣ ਤਾਂ ਕੋਈ ਨਹੀਂ ਰਿਹਾ, ਪਰ ਉਹ ਆਪਣੇ ਆਪ ਨੂੰ ਸਦਾ ਇਸ ਤਰ੍ਹਾਂ ਨੀਵਾਂ ਸਮਝਦਾ ਹੈ। ਨਿਮਰਤਾ ਦੇ ਵਿੱਚ ਆ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਕਰਦੇ ਨੇ। ਉਹਨਾਂ ਨੇ ਤਕਰੀਬਨ 20 ਦੇ ਕਰੀਬ ਵੱਡੇ ਔਗਣ ਦੱਸੇ ਹਨ ਅਤੇ ਕਹਿੰਦੇ ਹੈ ਸੱਚੇ ਪਾਤਸ਼ਾਹ ਇਹ 20 ਦੇ 20 ਔਗਣ ਮੇਰੇ ਵਿੱਚ ਹਨ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ
ਚੋਰ ਯਾਰ ਜਵਾਰ ਹੋਂ ਪਰ ਘਰ ਜੋ ਹੰਦਾ। ਨਿੰਦਕ ਕਹਿੰਦੇ ਮੇਰੇ ਵਿੱਚ ਇਹ ਸਾਰੇ ਹਨ। ਨਿੰਦਕ ਨਿੰਦਿਆ ਕਰਨ ਵਾਲਾ ਔਗਣ, ਉੱਤੇ ਵੀ ਔਗਣ ਦੱਸੇ ਨੇ। ਠੱਗ ਦੇਸ ਡਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ। ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਸਿਮਰ ਮਰੀਦਾ ਢਾਡੀਆ ਸਤ ਗੁਰ ਬਖਸ਼ੰਦਾ। ਮਹਾਰਾਜ ਸਾਡੇ ਵਿੱਚ ਇਹ ਸਾਰੇ ਔਗਣ ਹਨ, ਤੂੰ ਬਖਸ਼ਣ ਵਾਲਾ ਹੈ, ਬਖਸ਼ ਲੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੀ ਫਰਮਾਨ ਕਰਦੇ ਨੇ, ਹੇ ਮਾਲਕ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ। ਰਾਮ ਰਾਜੇ ਹਮ ਭੂਲ ਵਿਗਾੜੈ, ਦਿਨਸ ਰਾਤ ਹਰ ਲਾਜ ਰਖਾਏ। ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਤਾਂ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਗੁਰਮੁਖ ਉਹਦੇ ਅੰਦਰ ਇਹ ਪਰਪੱਕਤਾ ਆ ਜਾਂਦੀ ਹੈ ਕਿ ਸਦਾ ਨੀਵਾਂ ਹੋ ਕੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਰਹਿਣਾ ਹੈ। ਸੋ ਆਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਡੇ ਤੇ ਕਿਰਪਾ ਕਰ ਰਹੇ ਨੇ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਦੇਵ ਗੰਧਾਰੀ, ਇੱਥੇ ਦੇਵ ਗੰਧਾਰੀ ਦੇ ਨਾਲ ਮਹੱਲਾ ਪੰਜਵਾਂ ਨਹੀਂ ਲਿਖਿਆ, ਪਰ ਜਿੱਥੇ ਬਾਣੀ ਆਲੰਭ ਹੋ ਰਹੀ ਹੈ ਸਰਲੇਖ, ਉੱਥੇ ਲਿਖਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ। ਇੱਥੇ ਜਿੰਨੇ ਵੀ ਸ਼ਬਦ ਆਉਣੇ ਹਨ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੇਵ ਗੰਧਾਰੀ ਰਾਗ ਦੇ ਵਿੱਚ ਹਨ, ਔਰ ਇਹਨਾਂ ਨੂੰ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇੱਥੇ ਤੀਸਰਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਮਾਈ ਸੁਣਤ ਸੋਚ ਭੈ ਡਰਤ। ਹੇ ਮਾਈ, ਹੇ ਮਾਂ। ਵਿਦਵਾਨ ਇਹਦੇ ਅਰਥ ਭਾਈ ਵੀ ਕਰਦੇ ਹਨ ਕਿ ਜਦੋਂ ਮੈਂ ਸੁਣਦਾ ਹਾਂ ਇਸ ਲੋਕ ਨੂੰ ਛੱਡ ਕੇ ਪਰਲੋਕ ਵਿੱਚ ਜਾਣਾ ਹੈ, ਜਾਂ ਪਾਪ ਕਰਮਾਂ ਦਾ ਫਲ ਮਨੁੱਖ ਇੱਥੇ ਵੀ ਭੋਗਦਾ ਹੈ, ਤਾਂ ਇਹ ਸੋਚ ਕੇ ਮੇਰੇ ਅੰਦਰ ਡਰ ਆਉਂਦਾ ਹੈ। ਡਰ ਆਉਂਦਾ ਹੈ ਕਿਉਂਕਿ ਮੇਰੇ ਕੋਲ ਕੋਈ ਚੰਗੇ ਕਰਮ ਨਹੀਂ ਹਨ। ਮੈਂ ਇਸ ਕਰਕੇ ਭੈ ਭੀਤ ਹੁੰਦਾ ਹਾਂ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਕਵਿਤਾ ਦੇ ਅੰਦਰ ਆਪਣੀ ਬਾਣੀ ਦੇ ਵਿੱਚ, ਕਹਿੰਦੇ ਭਗਤ ਵਸ਼ਲ ਸੁਣ ਹੋਤ ਹੋਂ ਨਿਰਾਸ ਹਿਰਦੈ। ਮੈਂ ਜਦੋਂ ਸੁਣਦਾ ਹਾਂ ਪਰਮਾਤਮਾ ਤੂੰ ਭਗਤ ਵਸ਼ਲ ਹੈ, ਤੇ ਮੈਂ ਨਿਰਾਸ਼ ਹੋ ਜਾਂਦਾ ਹਾਂ, ਮੇਰਾ ਮਨ ਬੁੱਝ ਜਾਂਦਾ ਹੈ। ਕਿਉਂ ਜੀ? ਕਿਉਂਕਿ ਮੇਰੇ ਕੋਲ ਕੋਈ ਭਗਤੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਜਦੋਂ ਸੁਣਦਾ ਹਾਂ ਤੂੰ ਭਗਤ ਵਸ਼ਲ ਹੈ, ਤੇ ਮੈਂ ਨਿਰਾਸ਼ ਹੋ ਜਾਂਦਾ, ਮੇਰਾ ਕੀ ਬਣੇਗਾ। ਭਗਤ ਵਸ਼ਲ ਸੁਣ ਹੋਤ ਹੋਂ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਉਰਧਾਰ ਹੋਂ। ਪਰ ਜਦੋਂ ਮੈਂ ਸੁਣਦਾ ਹਾਂ ਤੂੰ ਪਤਤਾ ਨੂੰ ਵੀ ਪਾਵਨ ਕਰ ਦੇਣਾ, ਤੇ ਮੇਰੀ ਆਸ ਵੱਧ ਜਾਂਦੀ ਹੈ ਕਿ ਮੇਰਾ ਵੀ ਭਲਾ ਹੋ ਜਾਵੇਗਾ। ਅੰਤਰ ਜਾਮੀ ਸੁਣ ਕੰਪਤ ਹੋਂ ਅੰਤਰਗਤ, ਦੀਨ ਕਹਿ ਦਿਆਲ ਸੁਣ ਭੈ ਭ੍ਰਮ ਟਾਰ ਹੋਂ। ਜਦੋਂ ਮੈਂ ਸੁਣਦਾ ਤੂੰ ਅੰਦਰ ਦੀ ਜਾਣਨ ਵਾਲਾ ਹੈ, ਤੇ ਮੇਰਾ ਅੰਦਰ ਕੰਬ ਜਾਂਦਾ ਹੈ, ਕਿਉਂਕਿ ਮੇਰੇ ਅੰਦਰ ਤਾਂ ਪਤਾ ਨਹੀਂ ਕਿੰਨੇ ਕੁ ਪਾਪ ਛੁਪੇ ਹੋਏ ਨੇ। ਬਾਹਰੋਂ ਭਾਵੇਂ ਮੈਂ ਚੰਗਾ ਲੱਗ ਰਿਹਾ, ਪਰ ਅੰਦਰੋਂ ਬੜਾ ਭੈੜਾ ਹਾਂ, ਕਰੂਪ ਹਾਂ। ਅੰਤਰ ਜਾਮੀ ਸੁਣ ਕੰਪਤ ਹੋਂ ਅੰਤਰਗਤ, ਦੀਨ ਕਹਿ ਦਿਆਲ ਸੁਣ ਭੈ ਭ੍ਰਮ ਟਾਰ ਹੋਂ। ਪਰ ਜਦੋਂ ਸੁਣਦਾ ਤੂੰ ਦੀਨਾ ਤੇ ਦਇਆ ਕਰਨ ਵਾਲਾ ਹੈ, ਭਾਵ ਜਿਹੜਾ ਗਰੀਬ ਬਣ ਕੇ ਨਿਮਰਤਾ ਨਾਲ ਤੇਰੀ ਸ਼ਰਨ ਵਿੱਚ ਆਵੇ, ਤੂੰ ਉਹਦੇ ਤੇ ਬਖਸ਼ਿਸ਼ ਕਰਦਾ ਹੈ, ਤਾਂ ਮੇਰਾ ਇਹ ਭਰਮ ਨਿਵਰਤ ਹੋ ਜਾਂਦਾ ਹੈ। ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ,
ਕਿ ਜਲਦਰ ਸਿੰਬਲ ਕੈ ਅਫਲ ਸਿੰਬਲ ਦਰੁਮ ਚੰਦਨ ਸਗੰਧ ਸੰਬੰਧ ਸੁਗੰਧ ਮਲਗਾਰ ਹੋਂ। ਹੇ ਮਾਲਕ, ਮੈਂ ਬਿਲਕੁਲ ਨਖਿੱਧ ਦਰਖਤ ਹਾਂ ਸਿੰਬਲ ਦਾ, ਪਰ ਸਿੰਬਲ ਦੇ ਬੂਟੇ ਵਿੱਚ ਇੱਕ ਗੁਣ ਹੈ। ਸਿੰਬਲ ਦੇ ਬੂਟੇ ਦਾ ਨਾ ਆਸਾ ਕੀ ਵਾਰ ਵਿੱਚ ਵੀ ਜ਼ਿਕਰ ਆਇਆ ਹੈ, ਬਾਣੀ ਵਿੱਚ ਕਈ ਥਾਵਾਂ ਤੇ ਜ਼ਿਕਰ ਆਇਆ ਹੈ। ਸਿੰਬਲ ਰੁਖ ਸਰਾਇਰਾ ਅਤ ਦੀਰਗਤ ਮੁੱਚ, ਓਏ ਜਿਆ ਮੈਂ ਆਸ ਕਰ ਜਾਏ ਨਿਰਾਸੇ ਕਿਤ ਫਲ ਫਿਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ। ਵੀ ਸਿੰਬਲ ਦਾ ਬੂਟਾ ਨਿਰਾਰਥ ਹੈ, ਬੇਅਰਥ ਹੈ, ਨਾ ਉਹਦੇ ਫਲ ਫੁੱਲ ਨਾ ਛਾਂ ਉਹਦੇ ਇਹ ਕੁਝ ਵੀ ਕੰਮ ਨਹੀਂ ਆਉਂਦੇ। ਪਰ ਉਸ ਸਿੰਬਲ ਦਾ ਬੂਟਾ ਕਿਤੇ ਚੰਦਨ ਦੀ ਸੰਗਤ ਕਰ ਲਵੇ ਤੇ ਉਹ ਵੀ ਚੰਦਨ ਵਰਗਾ ਹੋ ਜਾਂਦਾ ਹੈ। ਉਹਦੇ ਵਿੱਚ ਇਹ ਗੁਣ ਹੈ ਕਿ ਜੇ ਕਿਤੇ ਉਹ ਚੰਦਨ ਦੀ ਸੰਗਤ ਕਰ ਲਵੇ ਤੇ ਚੰਦਨ ਵਰਗਾ ਹੋ ਜਾਂਦਾ ਹੈ। ਹੇ ਮਾਲਕ, ਮੇਰੇ ਵਿੱਚ ਵੀ ਕੋਈ ਗੁਣ ਨਹੀਂ, ਨਾ ਮੈਂ ਕਿਸੇ ਦਾ ਭਲਾ ਕਰਦਾ ਹਾਂ, ਨਾ ਮੇਰੇ ਕੋਲ ਕੋਈ ਸੇਵਾ ਹੈ, ਨਾ ਕੋਈ ਮੇਰੇ ਕੋਲ ਆ ਕੇ ਬੈਠਦਾ, ਕਿਉਂਕਿ ਮਨੁੱਖ ਉੱਥੇ ਹੀ ਜਾ ਕੇ ਬੈਠੇਗਾ ਜਿੱਥੋਂ ਉਸ ਨੂੰ ਕੁਝ ਮਿਲਦਾ ਹੈ, ਭਲਾ ਹੁੰਦਾ ਹੈ। ਮੇਰਾ ਜੀਵਨ ਇਸ ਤਰ੍ਹਾਂ ਦਾ ਹੈ ਮਾਲਕ, ਮੈਂ ਕਿਸੇ ਦਾ ਭਲਾ ਨਹੀਂ ਕਰਦਾ, ਕਿਸੇ ਵੀ ਪੱਖ ਤੋਂ ਮੈਂ ਚੰਗਾ ਨਹੀਂ, ਪਰ ਤੇਰੀ ਸੰਗਤ ਕਰਕੇ ਮੇਰਾ ਭਲਾ ਹੋ ਜਾਵੇਗਾ। ਨਾਮ ਜਪ ਕੇ ਸ਼ਬਦ ਦਾ ਸੰਗ ਕਰਕੇ ਜੀਵ ਪਵਿੱਤਰ ਹੋ ਜਾਂਦਾ ਹੈ। ਚੰਦਨ ਸੰਬੰਧ ਸੁਗੰਧ ਮਲਗਾਰ ਹੋਂ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੋਰ, ਤੁਮਰੇ ਬਿਰਧ ਕਰ ਆਸਰੋ ਸੁਮਾਰ ਹੋਂ। ਮੈਂ ਆਪਣੀ ਕਰਨੀ ਵੱਲ ਵੇਖਾਂ ਤੇ ਮੈਨੂੰ ਨਰਕਾਂ ਵਿੱਚ ਵੀ ਥਾਂ ਨਾ ਮਿਲਦੀ, ਪਰ ਤੇਰੀ ਬਖਸ਼ਿਸ਼ ਦੇ ਨਾਲ ਤਾਂ ਮੈਂ ਤੇਰੇ ਚਰਨਾਂ ਵਿੱਚ ਬੈਠ ਸਕਦਾ ਹਾਂ। ਤੂੰ ਬਖਸ਼ਿਸ਼ ਕਰ ਦੇਵੇਂ, ਤੇਰੀ ਬਖਸ਼ਿਸ਼ ਬਹੁਤ ਵੱਡੀ ਹੈ। ਮੇਰੇ ਪਾਪ ਭਾਵੇਂ ਬਹੁਤ ਨੇ, ਮੇਰੇ ਵਿੱਚ ਔਗੁਣ ਬਹੁਤ ਨੇ, ਪਰ ਮਾਲਕ ਤੇਰੀ ਬਖਸ਼ਿਸ਼ ਸਭ ਨਾਲੋਂ ਵੱਡੀ ਹੈ। ਇਸ ਤਰ੍ਹਾਂ ਡਰ ਆਉਂਦਾ ਹੈ ਜਦੋਂ ਸੁਣੀਦਾ ਹੈ ਵੀ ਅੱਗੇ ਪਰਲੋਕ ਦੇ ਵਿੱਚ ਇਹ ਕੁਝ ਹੁੰਦਾ ਹੈ। ਇਸ ਤਰ੍ਹਾਂ ਜੀਵ ਨੂੰ ਸਜ਼ਾ ਮਿਲਦੀ ਹੈ। ਮੇਰ ਤੇਰ ਤਜੋ ਅਵਮਾਨਾ ਸ਼ਰਨ ਸੁਆਮੀ ਕੀ ਪਰਤ, ਇਸ ਕਰਕੇ ਮੈਂ ਮੇਰ ਤੇਰ ਛੱਡ ਕੇ, ਹੰਕਾਰ ਛੱਡ ਕੇ ਉਸ ਮਾਲਕ ਦੀ ਸ਼ਰਨ ਵਿੱਚ ਆ ਪਿਆ ਹਾਂ। ਰਹਾਓ ਜੋ ਜੋ ਕਹਿ ਸੋਈ ਭਲ ਮਾਨੋ, ਨਾਇਨ ਕਾ ਬੋਲ ਕਰਤ। ਜੋ ਜੋ ਮਾਲਕ ਕਹਿੰਦਾ ਮੈਂ ਉਸੇ ਤਰ੍ਹਾਂ ਕਰ ਰਿਹਾ ਹਾਂ। ਹੁਣ ਮੈਂ ਕਦੇ ਉਹਦੇ ਅੱਗੇ ਨਾ ਨਹੀਂ ਕਰਦਾ। ਇਹ ਪਾਠ ਵਿਦਵਾਨ ਨਾਹਿਨ ਨਾ ਕਾ ਬੋਲ ਕਰਤ ਇੱਦਾਂ ਵੀ ਕਰਦੇ ਹਨ। ਟਕਸਾਲ ਦੇ ਵਿੱਚ ਇਹ ਪਾਠ ਨਾਹਿਨ ਹੈ ਕਿ ਨਾ ਨਹੀਂ ਕਰਦੇ। ਗੁਰਮੁਖ ਜੈਸੀ ਆਗਿਆ ਕੀਨੀ ਠਾਕਰ ਤਿਸ ਤੇ ਮੁਖ ਨਹੀਂ ਮੋਰਿਓ। ਗੁਰੂ ਮਹਾਰਾਜ ਨੇ ਹੁਕਮ ਕੀਤਾ, ਸਿੱਖਾ ਤੂੰ ਬਾਣੀ ਪੜ੍ਹੀ ਚੱਲ, ਨਾਮ ਜਪੀ ਚੱਲ, ਅੰਮ੍ਰਿਤ ਵੇਲੇ ਉੱਠਿਆ ਕਰ। ਸਿੱਖ ਕਹਿੰਦਾ ਸਤ ਵਚਨ, ਠੀਕ ਹੈ ਮੇਰੇ ਵਿੱਚ ਔਗਣ ਹਨ, ਪਰ ਮੈਂ ਤੇਰੇ ਹੁਕਮ ਨੂੰ ਮੰਨ ਰਿਹਾ ਹਾਂ। ਉਹ ਨਾ ਨਹੀਂ ਕਰਦੇ। ਤੇ ਮਹਾਰਾਜ ਕਹਿੰਦੇ ਨਿਮਕ ਨਾ ਬਿਸਰੋ ਹੀਏ ਮੋਰੇ ਤੇ, ਬਿਸਰਤ ਜਾਈਓ ਮਰਤ। ਨਾਮ ਜਪਦਿਆਂ ਜਪਦਿਆਂ ਗੂੜੀ ਪ੍ਰੀਤ ਪੈ ਗਈ ਤੇ ਗੁਰਮੁਖ ਅਰਦਾਸ ਕਰਦਾ, ਮਾਲਕ ਇੱਕ ਛਿਨ ਵੀ ਮੇਰੇ ਮਨ ਤੋਂ ਵਿਸਰੀ ਨਾ, ਕਿਉਂਕਿ ਹੁਣ ਜਦੋਂ ਤੂੰ ਮੈਨੂੰ ਵਿਸਰਦਾ ਤਾਂ ਮੇਰਾ ਮਰਨ ਹੋ ਜਾਂਦਾ ਹੈ। ਮੈਨੂੰ ਇਵੇਂ ਲੱਗਦਾ ਜਿਵੇਂ ਮੇਰੀ ਮੌਤ ਹੋ ਗਈ ਹੈ। ਹੇ ਮਾਲਕ ਕਿਰਪਾ ਕਰ, ਮੈਨੂੰ ਤੇਰਾ ਨਾਮ ਨਾ ਵਿਸਰੇ। ਸੁਖਦਾਈ ਪੂਰਨ ਪ੍ਰਭ ਕਰਤਾ, ਮੇਰੀ ਬਹੁਤ ਇਆਨਪ ਜਰਤ। ਉਹ ਮਾਲਕ ਸੁੱਖਾਂ ਦਾ ਦਾਤਾ ਹੈ, ਪੂਰਨ ਹੈ, ਪ੍ਰਭੂ ਹੈ, ਕਰਤਾ ਹੈ, ਤੇ ਉਹ ਸਾਡੀਆਂ ਬੜੀਆਂ ਇਆਨਪਾਂ ਨੂੰ ਜਰ ਲੈਂਦਾ ਹੈ। ਜਿਵੇਂ ਬਾਲਕ ਬੜੀਆਂ ਗਲਤੀਆਂ ਕਰਦਾ ਹੈ ਤੇ ਮਾਂ ਪਿਓ ਨੂੰ ਬਰਦਾਸ਼ਤ ਕਰ ਲੈਂਦੇ ਨੇ ਨਾ, ਮੇਰੀ ਬਹੁਤ ਇਆਨਪ ਜਰਤ ਜਰ ਲੈਂਦਾ ਹੈ। ਆਪਾਂ ਬੜੇ ਔਗਣ ਕਰਦੇ ਹਾਂ। ਜਿਵੇਂ ਸਾਡਾ ਛੋਟਾ ਕੋਈ ਬੱਚਾ ਗਲਤੀਆਂ ਕਰਦਾ, ਗਲਤ ਬੋਲਦਾ ਵੀ ਹੈ, ਗਲਤ ਕੰਮ ਵੀ ਕਰਦਾ ਹੈ, ਛੋਟਾ ਜਿਹਾ ਸੁੱਤ ਅਪਰਾਧ ਕਰਤਾ ਹੈ, ਜੇਤੇ ਜਨਨੀ ਚੀਤਨਾ ਰਾਖਸ ਤੇ। ਇਸੇ ਤਰ੍ਹਾਂ ਉਹ ਮਾਲਕ ਬਹੁਤ ਵੱਡਾ ਹੈ, ਉਹ ਸਾਡੀਆਂ ਇਆਨਪਾਂ ਨੂੰ ਜਰ ਲੈਂਦਾ ਹੈ। ਨਿਰਗੁਣ ਕੁਰੂਪ ਕੁਲਹੀਨ ਨਾਨਕ ਹੋ ਅਨੰਦ ਰੂਪ ਸੁਆਮੀ ਭਰਤ। ਹੇ ਮਾਲਕ
ਮੇਰੇ ਵਿੱਚ ਕੋਈ ਚੰਗਾ ਗੁਣ ਨਹੀਂ ਹੈ। ਮੈਂ ਅੰਦਰੋਂ ਵੀ ਕਰੂਪ ਹਾਂ ਔਰ ਚੰਗੀ ਕੁਲ ਤੋਂ ਵੀ ਹੀਣ ਹਾਂ। ਭਾਵ ਕਿ ਮੇਰੀ ਕੋਈ ਚੰਗੇ ਪੁਰਸ਼ਾਂ ਵਾਲੀ ਕੁਲ ਨਹੀਂ ਹੈ, ਮੇਰੇ ਵਿੱਚ ਕੋਈ ਦੈਵੀ ਗੁਣਾਂ ਵਾਲੀ ਕੁਲ ਨਹੀਂ ਹੈ। ਪਰ ਹੇ ਮਾਲਕ, ਹਉ ਅਨੰਦ ਰੂਪ ਸੁਆਮੀ ਭਰਤ, ਉਹ ਜਿਹੜਾ ਆਨੰਦ ਦਾ ਸਰੂਪ ਪਰਮਾਤਮਾ ਮਾਲਕ, ਉਹ ਮੇਰਾ ਖਸਮ ਹੈ। ਦੇਵ ਗੰਧਾਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲੇਰੇ ਸ਼ਬਦ ਵਿੱਚ ਫਰਮਾਨ ਕਰ ਰਹੇ ਨੇ, ਮਨ ਹਰ ਕੀਰਤ ਕਰ ਸਦਹੂੰ। ਹੇ ਮਨ, ਸਦਾ ਵਾਹਿਗੁਰੂ ਦੀ ਕੀਰਤੀ ਕਰੀ ਚੱਲ, ਨਾਮ ਜਪੀ ਚੱਲ। ਆਪਣਾ ਇਹ ਫਰਜ਼ ਬਣਦਾ ਹੈ ਆਪਾਂ ਨਾਮ ਜਪੀਏ। ਜ਼ਿਮੀਂਦਾਰ ਦਾ ਫਰਜ਼ ਹੈ ਖੇਤ ਨੂੰ ਵਾਹਣਾ, ਸਵਾਰਨਾ, ਫਸਲ ਬੀਜਣੀ, ਫਲ ਦੇਣਾ ਉਸ ਮਾਲਕ ਨੇ ਹੈ। ਕੋਈ ਵੀ ਸੰਸਾਰ ਦਾ ਕੰਮ ਹੈ, ਉਹ ਮਨੁੱਖ ਦਾ ਫਰਜ਼ ਹੈ ਆਪਣਾ ਕੰਮ, ਆਪਣੀ ਡਿਊਟੀ ਕਰੀ ਚੱਲੇ, ਉਹ ਮਾਲਕ ਫਲ ਦੇਵੇਗਾ। ਇਸੇ ਤਰ੍ਹਾਂ ਆਪਾਂ ਨਾਮ ਜਪਣਾ ਹੈ, ਬੰਦਗੀ ਕਰਨੀ ਹੈ। ਹੇ ਮਨ, ਸਦਾ ਵਾਹਿਗੁਰੂ ਦੀ ਬੰਦਗੀ ਕਰੀ ਚੱਲ, ਕਿਉਂਕਿ ਜਿਨ੍ਹਾਂ ਨੇ ਵੀ ਨਾਮ ਜਪਿਆ, ਐਸਾ ਨਹੀਂ ਕਿ ਮਿਹਨਤ ਕਰੇ ਤੇ ਉਹਦਾ ਫਲ ਨਾ ਮਿਲੇ। ਗਾਵਤ ਸੁਨਤ ਜਪਤ ਉਧਾਰੇ ਉਧਾਰੈ, ਵਰਨ ਅਵਰਨਾ ਸਭੋਂ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਗਾਇਆ, ਸੁਣਿਆ, ਜਪਿਆ, ਉਹ ਵਾਹਿਗੁਰੂ ਨੇ ਸਾਰਿਆਂ ਦਾ ਭਲਾ ਕੀਤਾ। ਭਾਵੇਂ ਕੋਈ ਕਿਸੇ ਵਰਨ ਨਾਲ ਸੰਬੰਧ ਰੱਖਦਾ ਸੀ। 4 ਵਰਨ ਨੇ ਦੁਨੀਆ ਦੇ ਵਿੱਚ, ਖੱਤਰੀ, ਬ੍ਰਾਹਮਣ, ਸੂਦ, ਵੈਸ਼। ਭਾਵੇਂ ਕੋਈ ਚੰਗੇ ਵਰਨ ਵਾਲਾ ਹੈ, ਭਾਵੇਂ ਕੋਈ ਨੀਵੇਂ ਵਰਨ ਵਾਲਾ ਹੈ। ਭਾਵ ਇਹ ਨਹੀਂ ਕਿ ਜੇ ਕੋਈ ਬੰਦਾ ਅਮੀਰ ਹੈ ਤੇ ਉਹ ਨਾਮ ਨਾ ਜਪੇ ਤੇ ਉਹਦਾ ਭਲਾ ਹੋ ਜਾਵੇਗਾ, ਨਹੀਂ, ਨਾਮ ਉਸ ਨੂੰ ਵੀ ਜਪਣਾ ਪਵੇਗਾ। ਭਾਵੇਂ ਕੋਈ ਆਪਣੀ ਕੁੱਲ ਨੂੰ ਵੱਡਾ ਮੰਨੀ ਬੈਠਾ ਵੀ ਮੇਰੀ ਕੁੱਲ ਬੜੀ ਉੱਚੀ ਦੁਨੀਆ ਵਿੱਚ, ਕੁੱਲੀ ਉੱਚੀ ਕੁੱਲ ਹੋਣ ਦੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਹੋ ਜਾਵੇਗਾ, ਉਹਦਾ ਭਲਾ ਨਹੀਂ ਹੋ ਜਾਵੇਗਾ। ਬੰਦਗੀ ਹਰ ਇੱਕ ਨੂੰ ਕਰਨੀ ਪਵੇਗੀ, ਭਾਵੇਂ ਕੋਈ ਭਿਖਾਰੀ ਹੈ ਤੇ ਭਾਵੇਂ ਕੋਈ ਰਾਜਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹਨੇ ਵੀ ਨਾਮ ਜਪਿਆ ਉਹਦਾ ਭਲਾ ਹੋਇਆ ਹੈ, ਭਾਵੇਂ ਉਹ ਕਿਸੇ ਵਰਨ ਨਾਲ ਸੰਬੰਧ ਰੱਖਦਾ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਹਨ, ਜੈ ਤੇ ਉਪਜਿਓ ਤਹੀਂ ਸਮਾਇਓ, ਇਹ ਬਿਦ ਜਾਨੀ ਤਬਹੁ। ਜਿਹਨੇ ਵੀ ਨਾਮ ਜਪਿਆ ਉਹ ਵਾਹਿਗੁਰੂ ਸਮਾ ਗਿਆ ਹੈ। ਪਰ ਇਹ ਪਤਾ ਕਿਵੇਂ ਲੱਗਾ? ਜਦੋਂ ਆਪ ਨਾਮ ਜਪ ਕੇ ਉਸ ਅਵਸਥਾ ਨੂੰ ਪਾਇਆ ਕਿ ਜਿਹੜਾ ਵੀ ਨਾਮ ਜਪਦਾ ਹੈ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਜਿਵੇਂ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਲੀਨ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਨਹੀਂ ਲੱਗੇਗਾ ਵੀ ਜੀਵ ਜਾਂਦਾ ਕਿੱਥੇ ਹੈ। ਤੋ ਮਹਾਰਾਜ ਫਰਮਾਨ ਕਰ ਰਹੇ ਨੇ, ਜਹਾਂ ਜਹਾਂ ਇਹ ਦੇਹੀ ਧਾਰੀ ਰਹਿ ਨਾ ਪਾਇਓ ਕਭੂ। ਜਿੱਥੇ ਜਿੱਥੇ ਵੀ ਇਹ ਦੇਹੀ ਧਾਰੀ ਹੈ, ਸਰੀਰ ਆਤਮਾ ਨੂੰ ਦੇਹੀ ਮਿਲੀ, ਸਰੀਰ ਮਿਲਿਆ, ਕਿਸੇ ਵੀ ਜੂਨੀ ਵਿੱਚ ਆਤਮਾ ਸਦਾ ਸਥਿਰ ਨਹੀਂ ਰਹੀ। ਹੁਣ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ, ਇਹ ਵੀ ਸਦਾ ਵਾਸਤੇ ਨਹੀਂ ਰਹਿਣੀ। ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ, ਮਨੁੱਖ ਪਤਾ ਨਹੀਂ ਕਿੰਨੀਆਂ ਕੁ ਜੂਨੀਆਂ ਵਿੱਚੋਂ ਲੰਘ ਕੇ ਆਇਆ, ਕਦੇ ਕਿਸੇ ਜੂਨੀ ਵਿੱਚ, ਕਦੇ ਕਿਸੇ ਜੂਨੀ ਦੇ ਵਿੱਚ। ਕੋਈ ਵੀ ਸੰਸਾਰ ਵਿੱਚ ਸਰੀਰ ਆਕਾਰ ਸਥਿਰ ਨਹੀਂ। ਆਤਮਾ ਕਿਸੇ ਸਰੀਰ ਵਿੱਚ ਵੀ ਰਹੇ, ਇੱਕ ਦਿਨ ਇਹਨੂੰ ਉਹ ਸਰੀਰ ਛੱਡਣਾ ਪੈਂਦਾ ਹੈ। ਸੁਖ ਆਇਓ ਭੈ ਭਰਮ ਵਿਨਾਸੇ, ਕਿਰਪਾਲ ਹੋਏ ਪ੍ਰਭ ਜਬੂ। ਪਰ ਜਦੋਂ ਉਹ ਵਾਹਿਗੁਰੂ ਦਾ ਨਾਮ ਚੇਤੇ ਆ ਗਿਆ ਤਾਂ ਸਾਰੇ ਭਰਮ ਦੂਰ ਹੋ ਗਏ, ਸੁੱਖ ਮਿਲ ਗਿਆ। ਆਤਮਾ ਜਿਹੜੀ ਭਟਕਦੀ ਫਿਰਦੀ ਸੀ, ਕਦੇ ਕਿਸੇ ਜੂਨੀ ਵਿੱਚ, ਕਦੇ ਕਿਸੇ ਜੂਨੀ ਵਿੱਚ, ਨਾਮ ਜਪਣ ਦੇ ਨਾਲ ਉਹ ਵਾਹਿਗੁਰੂ ਸਾਡੇ 'ਤੇ ਕਿਰਪਾਲੂ ਹੁੰਦਾ ਹੈ, ਸਾਨੂੰ ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ, ਰਹਿਮਤਾਂ ਦੇ ਨਾਲ ਨਵਾਜ ਦਿੰਦਾ ਹੈ, ਬਖਸ਼ਿਸ਼ਾਂ ਕਰ ਦਿੰਦਾ ਹੈ। ਜਿਵੇਂ ਆਪਾਂ ਵੇਖਦੇ ਹਾਂ, ਕੋਈ ਮਨੁੱਖ ਮਿਹਨਤ ਕਰੇ ਸੰਸਾਰ ਦੇ ਵਿੱਚ ਤੇ ਜਿਹੜੀ ਕਿਸੇ ਦੇਸ਼ ਦੀ, ਮੁਲਕ ਦੀ ਸਰਕਾਰ ਹੁੰਦੀ ਹੈ ਨਾ, ਉਹਨਾਂ ਨੇ ਸਮਾਂ ਰੱਖਿਆ ਹੁੰਦਾ, ਸਾਲ ਬਾਅਦ, 2 ਸਾਲ ਬਾਅਦ ਉਹ ਫਿਰ ਨਿਰੀਖਣ ਕਰਦੇ ਨੇ ਵੀ ਕਿਹੜਾ ਬੰਦਾ, ਕਿਹੜਾ ਅਫਸਰ
ਉਹਨੇ ਕਿਹੜਾ ਭਲੇ ਦਾ ਕੰਮ ਕੀਤਾ, ਵਧੀਆ ਕੰਮ ਕੀਤਾ, ਉਹਨੂੰ ਫਿਰ ਉਹ ਇਨਾਮ ਦਿੰਦੀ ਹੈ। ਫੌਜ ਦੇ ਵਿੱਚ ਵੀ ਇਸ ਤਰ੍ਹਾਂ ਹੈ, ਪੁਲਿਸ ਦੇ ਵਿੱਚ ਵੀ ਇਸ ਤਰ੍ਹਾਂ ਹੈ, ਸਾਰੇ ਮਹਿਕਮਿਆਂ ਦੇ ਵਿੱਚ ਉਹ ਸਰਕਾਰ ਫਿਰ ਸਰਵੇਖਣ ਕਰਦੀ ਹੈ। ਉਹਨਾਂ ਨੂੰ ਫਿਰ ਪਦਮ ਸ਼੍ਰੀ ਜਾਂ ਹੋਰ ਕਈ ਅਵਾਰਡ ਦਿੱਤੇ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਵੇਖੋ ਸਾਰਿਆਂ ਨੂੰ ਪਦਮ ਸ਼੍ਰੀ ਜਾਂ ਹੋਰ ਜਿੰਨੇ ਅਵਾਰਡ ਨੇ ਉਹ ਨਹੀਂ ਦਿੱਤੇ ਜਾਂਦੇ। ਤੇ ਕੋਈ ਬੰਦਾ ਝਗੜਾ ਕਰੇ ਸਰਕਾਰ ਨਾਲ ਜਾ ਕੇ, ਜੀ ਮੈਨੂੰ ਵੀ ਦਿਓ, ਤੇ ਉਹ ਆਖਣਗੇ ਤੂੰ ਇਸ ਬੰਦੇ ਵਰਗੀ ਕੁਆਲਿਟੀ ਆਪਣੇ ਵਿੱਚ ਪੈਦਾ ਕਰ, ਇਹਦੇ ਵਰਗੇ ਗੁਣ ਆਪਣੇ ਵਿੱਚ ਪੈਦਾ ਕਰ, ਇਹ ਤਾਂ ਮਿਲੇਗਾ। ਇਸੇ ਤਰ੍ਹਾਂ ਭਾਵੇਂ ਆਪਾਂ ਸਾਰੇ ਵਾਹਿਗੁਰੂ ਦੇ ਹਾਂ, ਪਰ ਉਹ ਵਾਹਿਗੁਰੂ ਉਹਨਾਂ 'ਤੇ ਬਖਸ਼ਿਸ਼ ਕਰਦਾ ਹੈ, ਕਿਰਪਾਲੂ ਹੁੰਦਾ ਹੈ, ਜਿਹੜੇ ਉਹਦੀ ਬੰਦਗੀ ਕਰਦੇ ਨੇ, ਨਾਮ ਜਪਦੇ ਹਨ। ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭੂੰ। ਜਦੋਂ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਲੋਭ ਆਦਿਕ ਨੂੰ ਛੱਡ ਦਿੱਤਾ ਤੇ ਨਾਮ ਜਪਿਆ, ਸਿਮਰਨ ਕੀਤਾ, ਸਾਰੇ ਮਨੋਰਥ ਪੂਰੇ ਹੋ ਗਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵ, ਨੀਚੋ ਨੀਚ ਨੀਚ ਅਤਨਾ ਨਾ ਹੋਏ ਗਰੀਬ ਬੁਲਾਵੋ। ਗੁਰਮੁਖ ਦੀ ਅਵਸਥਾ ਦਾ ਜ਼ਿਕਰ ਚੱਲ ਰਿਹਾ ਹੈ। ਗੁਰਮੁਖ ਕਹਿੰਦਾ, ਹੇ ਮਨ ਤੂੰ ਉਸੇ ਤਰ੍ਹਾਂ ਚੱਲ ਜਿਵੇਂ ਰੱਬ ਨੂੰ ਭਾ ਜਾਵੇਂ। ਆਪਾਂ ਚੱਲਦੇ ਹਾਂ ਸੰਸਾਰ ਦੀ ਚਾਲ, ਵੀ ਸੰਸਾਰ ਨੂੰ ਭਾ ਜਾਈਏ। ਇਸ ਕਰਕੇ ਜਦੋਂ ਆਪਾਂ ਸੰਸਾਰ ਵਾਲੇ ਪਾਸੇ ਮੁੱਖ ਰੱਖਾਂਗੇ ਤੇ ਰੱਬ ਵੱਲੋਂ, ਗੁਰੂ ਵੱਲੋਂ ਬੇਮੁਖ ਹੋਵਾਂਗੇ ਤੇ ਮਾੜੇ ਕੰਮ ਵੀ ਕਰਾਂਗੇ, ਪਾਪ ਵੀ ਕਰਾਂਗੇ। ਪਰ ਗੁਰਮੁਖ ਆਪਣੇ ਮਨ ਨੂੰ ਸਮਝਾਉਂਦਾ ਹੈ, ਮਨ ਉਹ ਕਰਮ ਨਾ ਕਰ ਜਿਸ ਕਰਕੇ ਤੂੰ ਰੱਬ ਨਾਲੋਂ ਟੁੱਟ ਜਾਵੇਂ। ਇਸ ਕਰਕੇ ਐਸੇ ਕਰਮ ਕਰ ਜਿਹਦੇ ਨਾਲ ਤੂੰ ਰੱਬ ਨੂੰ ਭਾ ਜਾਵੇਂ। ਉਹਦੇ ਵਾਸਤੇ ਕੀ ਹੈ, ਨੀਚੋ ਨੀਚ ਨੀਚ ਅਤਨਾ ਨਾ ਹੋਏ ਗਰੀਬ ਬੁਲਾਵੋ, ਕਿ ਨੀਵਿਆਂ ਤੋਂ ਨੀਵਾਂ ਹੋ ਕੇ ਨਿਮਰਤਾ ਨਾਲ ਆ ਗੁਰੂ ਦੀ ਸ਼ਰਨ ਦੇ ਵਿੱਚ। ਗਰੀਬ ਹੋ ਜਾ, ਨਿਮਰਤਾ ਨਾਲ ਭਰ ਜਾ, ਕਿਉਂਕਿ ਸਭ ਤੋਂ ਵੱਡਾ ਇਹ ਗੁਣ ਹੈ ਰੱਬ ਦੀ ਭਗਤੀ ਦੇ ਵਿੱਚ, ਪਰਮਾਰਥ ਦੇ ਮਾਰਗ ਵਿੱਚ ਨਿਮਰਤਾ ਆ ਜਾਵੇ। ਮਨੁੱਖ ਦੇ ਵਿੱਚ ਗੁਣ ਹੋਣ, ਪਰ ਗੁਣਾਂ ਦੇ ਹੁੰਦਿਆਂ ਉਹ ਨਿਮਰਤਾ ਨਾਲ ਰਹੇ, ਆਪਣਾ ਹੰਕਾਰ ਨਾ ਕਰੇ। ਅੱਜ ਆਪਾਂ ਵੇਖਦੇ ਹਾਂ ਮਨੁੱਖ ਹਰ ਇੱਕ ਕਰਮ ਤੇ ਹੰਕਾਰ ਕਰਦਾ ਕਿ ਮੈਂ, ਤੇ ਫਿਰ ਉਹ ਰੱਬ ਤੋਂ, ਜਿੰਨਾ ਕੋਈ ਮੈਂ ਕਰਦਾ ਰੱਬ ਤੋਂ ਦੂਰ ਹੋ ਜਾਂਦਾ ਹੈ। ਕਿਉਂਕਿ ਜਿੱਥੇ ਮੈਂ ਆ ਜਾ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨੀ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾ ਸਵਾਰੈ ਆਏ। ਭਾਵ ਇੱਥੇ ਮਹਾਰਾਜ ਕਹਿੰਦੇ ਨੇ, ਗੁਰਮੁਖ ਆਪਣੇ ਆਪ ਨੂੰ ਨੀਵਾਂ ਬਣਾ ਲੈਂਦਾ ਹੈ ਔਰ ਨਿਮਰਤਾ ਦੇ ਵਿੱਚ ਰਹਿੰਦਾ ਹੈ। ਰਹਾਓ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸੋਂ ਪ੍ਰੀਤ ਘਟਾਵੋ। ਔਰ ਮਾਇਆ ਦੇ ਜਿਹੜੇ ਅਡੰਬਰ ਅੱਗੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਦੇ ਸੀ, ਉਹ ਸਾਰੇ ਘਟਾ ਦਿੱਤੇ, ਉਹ ਬੰਦ ਕਰ ਦਿੱਤੇ ਕਿ ਆਪਾਂ ਝੂਠੇ ਅਡੰਬਰ ਨਹੀਂ ਕਰਨੇ। ਲੋਕ ਜੋ ਮਰਜ਼ੀ ਕਹੀ ਜਾਣ, ਆਪਾਂ ਭਗਤੀ ਕਰਨੀ ਹੈ, ਰੱਬ ਦੀ ਬੰਦਗੀ ਕਰਨੀ ਹੈ। ਜਿਉ ਆਪਣੇ ਸੁਆਮੀ ਸੁਖ ਮਾਨੈ, ਤਾਂ ਮੈਂ ਸੋਭਾ ਪਾਵੋ। ਜਿਉ ਆਪਣੋ ਸੁਆਮੀ ਸੁਖ ਮਾਨੈ, ਜਿਵੇਂ ਉਹ ਸਾਡਾ ਸੁਆਮੀ ਸੁਖ ਮੰਨਦਾ ਹੈ, ਖੁਸ਼ ਰਹਿੰਦਾ ਹੈ, ਉਸੇ ਵਿੱਚ ਸਾਡੀ ਸੋਭਾ ਹੈ। ਗੁਰੂ ਪਾਤਸ਼ਾਹ ਨੇ ਆਪਾਂ ਨੂੰ ਬਾਣਾ ਦਿੱਤਾ ਹੈ, ਬਾਣੀ ਦਿੱਤੀ, ਕਕਾਰ ਦਿੱਤੇ ਨੇ, ਆਪਾਂ ਉਹ ਧਾਰਨ ਕਰੀਏ। ਜੋ ਸਾਨੂੰ ਸਰੂਪ ਦਿੱਤਾ ਹੈ, ਉਹ ਸਿੱਖੀ ਸਰੂਪ ਦੇ ਵਿੱਚ ਆਪਾਂ ਵੇਖੀ। ਹੁਣ ਗੁਰੂ ਘਰ ਆਉਂਦੇ ਨੇ ਬੱਚੇ, ਨੌਜਵਾਨ, ਸਾਡੀਆਂ ਧੀਆਂ ਬੱਚੀਆਂ, ਪਰ ਉਹ ਬਾਣਾ ਗੁਰਮਤਿ ਦੇ ਅਨੁਸਾਰ ਨਹੀਂ ਹੁੰਦਾ। ਗੁਰੂ ਘਰ ਤੇ ਕਮ ਸੇ ਕਮ ਆਪਾਂ ਆਉਣਾ, ਬਾਣਾ ਉਹ ਪਾ ਕੇ ਰੱਖੀਏ ਕਿ ਜਿਹਦੇ ਨਾਲ ਦੂਜੇ ਦੇ ਮਨ ਵਿੱਚ ਵੀ ਮਾੜਾ ਫੁਰਨਾ ਨਾ ਪੈਦਾ ਹੋਵੇ। ਜਦੋਂ ਇਸ ਤਰ੍ਹਾਂ ਦਾ ਲਿਬਾਸ ਪਾਇਆ ਹੁੰਦਾ ਹੈ, ਉਹਦੇ ਨਾਲ ਸਾਡਾ ਆਪਣਾ ਮਨ ਤਾਂ ਵਿਕਾਰੀ ਹੁੰਦਾ ਹੈ, ਵੇਖਣ ਵਾਲੇ ਦਾ ਵੀ। ਸੰਗਤ ਵਿੱਚ ਬੈਠੇ ਨੇ ਬਜ਼ੁਰਗ, ਗੁਰਮੁਖ, ਸਤਸੰਗੀ, ਨੌਜਵਾਨ,
ਤੇ ਜਦੋਂ ਕੋਈ ਇਸ ਤਰ੍ਹਾਂ ਦਾ ਬਾਣਾ ਪਾ ਕੇ ਆ ਗਿਆ, ਉਹਨਾਂ ਦੇ ਮਨ ਵਿੱਚ ਵੀ ਉਹ ਮਾੜੇ ਖਿਆਲਾਤ ਸ਼ੁਰੂ ਹੋ ਜਾਂਦੇ ਨੇ ਤੇ ਉਹ ਆਪਾਂ ਪਾਪ ਕਰ ਦਿੱਤਾ। ਇਸ ਕਰਕੇ ਬਾਣੀ ਵਿੱਚ ਲਿਖਤਾ ਮਹਾਰਾਜ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੈ ਤਨ ਪੀੜੀਐ, ਮਨ ਮੇ ਚਲੇ ਵਿਕਾਰ। ਜਦੋਂ ਆਪਾਂ ਬਾਣਾ ਪਾ ਲਿਆ, ਗੁਰਮੁਖਾਂ ਵਾਲਾ ਸਿੰਪਲ ਬਾਣਾ ਪਾਇਆ ਨਾ, ਸਾਡੇ ਮਨ ਤੇ ਉਹਦਾ ਅਸਰ ਹੁੰਦਾ ਹੈ। ਜਦੋਂ ਆਪਾਂ ਐਕਟਰਾਂ ਵਾਲੇ ਬਾਣੇ ਪਾ ਲਏ, ਵੇਖੋ ਆਪਾਂ ਜਦੋਂ ਵਸਤਰ ਕੋਈ ਪਾਉਂਦੇ ਆਪਾਂ ਨੂੰ ਆਪਣੇ ਮਨ ਤੇ ਅਸਰ ਹੁੰਦਾ ਵੀ ਹਾਂ ਹੁਣ ਮੈਂ ਤਾਂ ਇੱਦਾਂ ਦਾ ਲੱਗ ਰਿਹਾ ਹਾਂ, ਹੋ ਜਾਂਦਾ ਨਾ ਅਸਰ ਨਾਲ ਦੀ ਨਾਲ। ਤੋ ਇਸ ਕਰਕੇ ਜਦੋਂ ਸਤ ਸੰਗਤ ਵਿੱਚ ਆਉਣਾ, ਬਾਣੀ ਪੜ੍ਹਨੀ, ਨਾਮ ਜਪਣਾ, ਸਾਨੂੰ ਬਾਣਾ ਉਸ ਮੁਤਾਬਕ ਪਾਉਣਾ ਚਾਹੀਦਾ ਹੈ ਕਿ ਅਸੀਂ ਗੁਰੂ ਨੂੰ ਭਾ ਜਾਈਏ। ਪਰ ਇੱਥੇ ਆਪਾਂ ਬੈਠੇ ਹੋਇਆਂ ਦਾ ਵੀ ਮਨ ਤੋੜ ਦਿੱਤਾ ਤੇ ਆਪਾਂ ਤੇ ਗੁਰੂ ਦੇ ਦੋਸ਼ੀ ਬਣ ਗਏ, ਕਿਉਂਕਿ ਜਿਹੜੇ ਬੈਠੇ ਸੀ ਜੁੜੇ ਹੋਏ, ਉਹਨਾਂ ਦੇ ਮਨ ਵਿੱਚ ਵੀ ਮਾੜੀ ਗੱਲ, ਮਾੜੀ ਵਿਚਾਰ ਆ ਗਈ ਵੇਖ ਕਰਕੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਆਪਣੇ ਮਨ ਨੂੰ ਸਮਝਾਉਂਦਾ ਹੈ ਕਿ ਮੈਂ ਉਹੀ ਕੁਝ ਕਰਾਂ ਜਿਸ ਕਰਕੇ ਮੈਂ ਮਾਲਕ ਨੂੰ ਭਾ ਜਾਵਾਂ, ਮੇਰਾ ਮਾਲਕ ਸੁਖ ਮੰਨਦਾ ਹੈ ਜਿਹੜੀ ਗੱਲ ਦੇ ਵਿੱਚ ਤੇ ਸਾਡੀ ਸ਼ੋਭਾ ਹੁੰਦੀ ਹੈ। ਹੁਣ ਜਿਵੇਂ ਇੱਕ ਪਿੱਛੇ ਜੀ ਵਿਵਾਦ ਚੱਲ ਪਿਆ ਸੀ ਤੇ ਉਹ ਇੱਕ ਆਪਣਾ ਪ੍ਰਚਾਰਕ ਕਹਿਣ ਲੱਗਾ ਵੀ ਜਿਹੜੀ ਕੋਈ ਬੀਬੀ ਪੰਜਾਬ ਦੀ ਉਹ ਮਿਸ ਬਣੀ ਹੈ ਸੰਸਾਰ ਦੇ ਵਿੱਚ, ਕਹਿੰਦਾ ਵੀ ਇਸ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਨੂੰ ਕਰਨਾ ਚਾਹੀਦਾ ਹੈ। ਉਹਦੇ ਕਿਸ ਤਰ੍ਹਾਂ ਦਾ ਉਹਨੇ ਲਿਬਾਸ ਪਾਇਆ ਉਹ ਸਾਰਾ ਸੰਸਾਰ ਨੇ ਵੇਖਿਆ, ਹੁਣ ਵੀ ਚੱਲ ਰਿਹਾ ਹੈ। ਉਸ ਤਰ੍ਹਾਂ ਦਾ ਲਿਬਾਸ ਕਦੇ ਵੀ ਗੁਰੂ ਬਾਬਾ ਜੀ ਸਾਡੀ ਧੀ ਭੈਣ ਨੂੰ ਪਾਉਣ ਦਾ ਹੁਕਮ ਨਹੀਂ ਕਰਦੇ, ਨਾ ਕਿਸੇ ਨੌਜਵਾਨ ਨੂੰ ਪਾਉਣ ਦਾ। ਐਸੀ ਤਰੱਕੀ ਨੂੰ ਅੱਗ ਲਾਓ, ਐਸੇ ਪੈਸੇ ਨੂੰ, ਐਸੇ ਕਰੋੜਾਂ ਦੇ ਤਾਜ ਨੂੰ ਅੱਗ ਲਾਓ ਜਿਹਦੇ ਕਰਕੇ ਅਸੀਂ ਗੁਰੂ ਤੋਂ ਦੂਰ ਹੋ ਜਾਈਏ। ਮਹਾਰਾਜ ਦੀ ਬਾਣੀ ਵਿੱਚ ਲਿਖ ਦਿੱਤਾ ਹੈ ਸਾਰਾ ਕੁਝ ਵੀ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਣੇ ਤਨ ਤੇ, ਮਨ ਵਿੱਚ ਵਿਕਾਰ ਚੱਲਣ। ਤੁਹਾਡੇ ਆਪਣਾ ਮਨ ਤਾਂ ਮੈਲਾ ਹੋਵੇਗਾ, ਜਿਹੜਾ ਉਸ ਤਨ ਨੂੰ ਵੇਖਦਾ ਵੀ ਉਸ ਤਰ੍ਹਾਂ ਦੇ ਲਿਬਾਸ ਪਾਏ ਹੋਏ ਨੂੰ, ਉਹਦੇ ਮਨ ਵਿੱਚ ਵੀ ਵਿਕਾਰ ਆ ਜਾਂਦੇ ਨੇ। ਇਹ ਬਾਣੀ ਵਿੱਚ ਮਹਾਰਾਜ ਨੇ ਵੇਖੋ ਕਿੰਨਾ ਸਮਾਂ ਪਹਿਲਾਂ ਲਿਖ ਦਿੱਤਾ ਤੇ ਉਹ ਪ੍ਰਚਾਰਕ ਕਹਿੰਦਾ ਹੈ ਕਿ ਸਾਡੇ ਜੇ ਮੇਰੀ ਧੀ ਭੈਣ ਹੁੰਦੀ, ਮੇਰੀ ਭੈਣ ਹੁੰਦੀ ਤੇ ਮੈਂ ਉਹਨੂੰ ਵੀ ਕਹਿੰਦਾ ਵੀ ਤੂੰ ਇੱਦਾਂ ਕਰ, ਇਹਦੇ ਨਾਲ ਤੋਂ ਡੁੱਬ ਕੇ ਮਰਨਾ ਚਾਹੀਦਾ ਐਸੇ ਬੰਦੇ ਨੂੰ ਜਿਹੜਾ ਸਾਨੂੰ ਗੁਰੂ ਤੋਂ ਇਸ ਤਰ੍ਹਾਂ ਤੋੜਿਆ। ਕਿਉਂਕਿ ਇਹ ਸਾਡੇ ਵਾਸਤੇ ਗੁਰੂ ਮੁੱਖ ਹੈ, ਅਸੀਂ ਗੁਰੂ ਦੇ ਸਿਧਾਂਤ ਨੂੰ ਲੈ ਕੇ ਚੱਲਣਾ ਹੈ, ਸੰਸਾਰ ਕੁਝ ਵੀ ਕਰੀ ਜਾਵੇ। ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਉਹ ਪ੍ਰਚਾਰ ਕਰ ਰਿਹਾ ਕਿ ਉਸ ਤਰ੍ਹਾਂ ਦਾ ਕੋਈ ਪਾਣਾ ਪਾ ਕੇ ਜੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੇ ਬੈਠੇ ਹੋਣ ਤੇ ਉਸ ਤਰ੍ਹਾਂ ਦੀ ਬੀਬੀ ਕੋਈ ਆ ਸਕਦੀ ਤਾਬਿਆਂ ਵਿੱਚ? ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਨਾ ਆ ਸਕਦੀ, ਪ੍ਰਵਾਨ ਹੀ ਨਹੀਂ। ਤਾਂ ਅਸੀਂ ਇਸ ਤਰ੍ਹਾਂ ਦੇ ਲੋਕਾਂ ਤੋਂ ਦੂਰ ਹੋਈਏ, ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਈਏ। ਅਸੀਂ ਉਹ ਕਾਰਜ ਕਰਨਾ ਵੀ ਗੁਰੂ ਨੂੰ ਭਾ ਜਾਈਏ। ਸੰਸਾਰ ਦੇ ਵਿੱਚ ਰਹਿ ਕਰਕੇ ਸਾਡੀ ਸ਼ੋਭਾ ਸੰਸਾਰ ਨਾਲ ਰਲ ਕੇ ਨਹੀਂ ਹੋਣੀ, ਸਾਡੀ ਸ਼ੋਭਾ ਤਾਂ ਹੈ ਜਦੋਂ ਆਪਾਂ ਗੁਰੂ ਨਾਲ ਚੱਲਾਂਗੇ, ਗੁਰੂ ਨਾਲ ਰਹਾਂਗੇ ਤੇ ਸਾਡਾ ਇੱਕ ਵੱਖਰਾ ਕਿਰਦਾਰ ਰਹੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ, ਮੈਂ ਤਾਂ ਦਾਸਾਂ ਦਾ ਦਾਸ ਬਣ ਕੇ ਗੁਰਮੁਖਾਂ ਦੀ ਸੇਵਾ ਕਰਾਂ। ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖੋਂ ਬੁਲਾਵੋ। ਮੈਨੂੰ ਸਾਰੇ ਸੁੱਖ ਸਾਰੀਆਂ ਵਡਿਆਈਆਂ ਮਿਲ ਗਈਆਂ ਜਦੋਂ ਮੈਨੂੰ ਗੁਰੂ ਨੇ ਕਿਹਾ ਵੀ ਆ ਵੀ ਗੁਰਸਿੱਖਾ ਤੂੰ ਮੇਰੇ ਕੋਲ ਆ ਕੇ ਬੈਠ। ਇਹ ਗੁਰੂ ਬਖਸ਼ਿਸ਼ ਕਰਦਾ ਹੈ ਗੁਰਮੁਖੋ। ਜਦੋਂ ਆਪਾਂ ਗੁਰੂ ਦੇ ਮਾਰਗ ਤੇ ਚੱਲਦੇ ਹਾਂ ਤੇ ਗੁਰੂ ਵੀ ਆਪਣੇ ਸਿੱਖ ਨੂੰ, ਆਪਣੇ ਪਿਆਰੇ ਨੂੰ ਸਤਿਕਾਰ ਦਿੰਦਾ। ਸਤਿਗੁਰੂ ਜੀ ਮਹਿਰਾਮਤ ਕਰਨ, ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਬਾਣੀ ਔਰ ਬਾਣਾ ਇਹਦੇ ਧਾਰਨੀ ਹੋਈਏ, ਆਪਣੇ ਬੱਚਿਆਂ ਨੂੰ ਵੀ ਗੁਰਮਤਿ ਨਾਲ ਜੋੜੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।